ਮਲੇਰਕੋਟਲਾ ਹਸਪਤਾਲ ਦੇ 2 ਡਾਕਟਰਾਂ ਤੇ ਇੱਕ ਮਰੀਜ਼ ਦਾ ਨਿੱਜੀ ਹਸਪਤਾਲ 'ਚ ਜੱਚਾ ਬੱਚਾ ਆਪਰੇਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਲਈ ਸੰਬੰਧਿਤ ਡਾਕਟਰਾਂ ਵੱਲੋਂ ਪੀੜਿਤ ਤੋਂ ਮੋਟੀ ਰਕਮ ਵੀ ਵਸੂਲ ਕਰਨ ਦੀ ਗੱਲ ਕਹੀ ਗਈ। ਪੀੜਿਤ ਵਿਅਕਤੀ ਦਾ ਕਹਿਣਾ ਹੈ ਕਿ ਬੀਤੇ ਸਾਲ ਅਕਤੂਬਰ ਮਹੀਨੇ 'ਚ ਉਹ ਆਪਣੀ ਬੇਟੀ ਨੂੰ ਡਿਲੀਵਰੀ ਲਈ ਹਸਪਤਾਲ ਲੈ ਕੇ ਆਇਆ ਸੀ, ਪਰ ਉੱਥੇ ਉਹਨਾਂ ਨੂੰ ਵਰਗਲਾ ਕੇ ਨਿੱਜੀ ਹਸਪਤਾਲ 'ਚ ਡਿਲੀਵਰੀ ਕਰਵਾਉਣ ਲਈ ਕਿਹਾ ਗਿਆ, ਜਿੱਥੇ ਜਾਣ ਦੇ ਬਾਅਦ ਡਾਕਟਰ ਜੋੜੀ ਵੱਲੋਂ ਰਾਤ ਦੇ ਸਮੇਂ ਉਹਨਾਂ ਨੂੰ ਡਿਲੀਵਰੀ ਆਪਰੇਸ਼ਨ ਰਾਹੀਂ ਕਰਨ ਦੀ ਗੱਲ ਕਹਿੰਦਿਆਂ ਕਰੀਬ 30,000 ਰੁਪਏ ਲੈ ਲਏ। ਉਹਨਾਂ ਇਸ ਲਈ ਇੰਨੀ ਵੱਡੀ ਰਕਮ ਦੇਣ ਦੀ ਹਾਮੀ ਭਰ ਲਈ ਕਿਉਂਕਿ ਉਸ ਸਮੇਂ ਜੱਚਾ ਬੱਚਾ ਮੌਤ ਨਾਲ ਲੜ ਰਹੇ ਸੀ। ਉਹਨਾਂ ਸੰਬੰਧਿਤ ਡਾਕਟਰ ਜੋੜੀ ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਡਾਕਟਰ ਜੋੜੀ ਜਿੱਥੇ ਸਰਕਾਰੀ ਹਸਪਤਾਲ 'ਚ ਨੌਕਰੀ ਕਰਦਿਆਂ ਸਰਕਾਰ ਤੋਂ ਤਨਖਾਹ ਲੈਂਦਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ 'ਚ ਕੰਮ ਕਰਕੇ ਵੀ ਗਰੀਬ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। 11/10/20 ਨੂੰ ਮੈਂ ਆਪਣੀ ਬੇਟੀ ਨੂੰ, ਉਹ ਗਰਭਵਤੀ ਸੀ, ਮੈਂ ਉਹਦੇ ਜੱਚਾ ਬੱਚਾ ਲਈ ਸਰਕਾਰੀ ਹਸਪੀਟਲ ਡਾਕਟਰ ਸਸੀ ਜਿੰਦਲ ਕੋਲ ਲੈ ਕੇ ਆਇਆ ਸੀ। ਜਦੋਂ ਮੈਂ ਬੇਟੀ ਨੂੰ ਲੈ ਕੇ ਇੱਥੇ ਆਇਆ ਤਾਂ ਉਹਨਾਂ ਦੇ ਅੱਗੇ ਇੱਕ ਲੇਡੀਜ਼ ਖੜੀ ਸੀ ਜਿਹੜੀ ਆਪਣੇ ਆਪ ਨੂੰ ਆਸ਼ਾ ਵਰਕਰ ਦੱਸਦੀ ਸੀ, ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਡਾਕਟਰ ਸਸੀ ਜਿੰਦਲ ਨੂੰ ਮਿਲਾਉਂਦੇ ਹਾਂ, ਵੀ ਬਹੁਤ ਵਧੀਆ ਜੱਚਾ ਬੱਚਾ ਡਾਕਟਰ ਨੇ। ਔਰ ਸਸੀ ਜਿੰਦਲ ਕੋਲ ਜਦੋਂ ਅਸੀਂ ਗਏ ਤਾਂ ਉਹਨੇ ਆਪਣੇ ਪਤੀ ਜੋ ਇੱਥੇ ਹੀ ਆਦਰਸ਼ ਗੋਇਲ ਨੇ, ਇੱਥੇ ਹੀ ਨੌਕਰੀ ਕਰਦੇ ਨੇ, ਉਹ ਵੀ ਉਹਨਾਂ ਨੇ ਸਰਕਾਰੀ ਹਸਪਤਾਲ ਮਲੇਰਕੋਟਲਾ ਦੋਨੇ ਪਤੀ ਪਤਨੀ ਇੱਥੇ ਡਿਊਟੀ ਕਰਦੇ ਨੇ। ਤਾਂ ਉਹਨਾਂ ਨੇ ਕਿਹਾ ਵੀ ਜੇ ਤੁਹਾਡਾ ਖਰਚਾ ਉਰੇ ਵੱਡਾ ਆਪਰੇਸ਼ਨ ਹੋਊਗਾ ਤੁਹਾਡੀ ਬੇਟੀ ਦਾ ਸਰਕਾਰੀ ਹਸਪਤਾਲ 'ਚ, ਔਰ 10,000 ਰੁਪਇਆ ਤੁਹਾਡਾ ਖਰਚਾ ਆਊਗਾ। ਅਗਰ ਤੁਸੀਂ ਸਾਡੇ ਨਿੱਜੀ ਹਸਪਤਾਲ ਗੁਰਮੁਖ ਵਿੱਚ ਆਪਰੇਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਡਾ ਜਿਹੜਾ ਕੇਸ ਹੋਊਗਾ ਨੋਰਮਲ ਹੋਊਗਾ, ਕੋਈ ਵੱਡਾ ਜਾਂ ਛੋਟਾ ਆਪਰੇਸ਼ਨ ਨਹੀਂ ਹੋਊਗਾ। ਤੁਹਾਡਾ ਜਿਹੜਾ ਖਰਚਾ ਉਹ 10 ਤੋਂ 15,000 ਰੁਪਇਆ ਹੋਊਗਾ। ਸੋ ਡਾਕਟਰ ਨੇ ਮੈਂ ਡਾਕਟਰ ਦੇ ਭਰੋਸੇ ਕਰਕੇ ਵੀ ਮੇਰਾ ਜੱਚਾ ਤੇ ਬੱਚਾ, ਮੇਰੀ ਬੇਟੀ ਠੀਕ ਰਹੇ, ਮੈਂ ਉਹਨਾਂ ਦੇ ਨਿੱਜੀ ਹਸਪਤਾਲ ਲਈ ਉਹਨਾਂ ਨੂੰ ਹਾਂ ਕਰ ਲਈ, ਜਿੱਥੇ ਉਹਨਾਂ ਨੇ ਕਿਹਾ ਵੀ ਤੁਹਾਡਾ 10 ਤੋਂ 15,000 ਰੁਪਇਆ ਖਰਚਾ ਆਊਗਾ। ਡਾਕਟਰ ਸਸੀ ਜਿੰਦਲ, ਡਾਕਟਰ ਆਦਰਸ਼ ਗੋਇਲ ਦੋਨੇ ਪਤੀ ਪਤਨੀ ਆਏ ਔਰ ਮੇਰੀ ਬੇਟੀ ਨੂੰ 11:30 ਵਜੇ ਆਪਰੇਸ਼ਨ ਥੀਏਟਰ ਵਿੱਚ ਲੈ ਗਏ ਆਪਰੇਸ਼ਨ ਕਰਨ ਵਾਸਤੇ। ਤੋਂ 15-20 ਮਿੰਟਾਂ ਬਾਅਦ ਵਾਪਸ ਆਉਂਦੇ ਨੇ ਤੇ ਮੈਨੂੰ ਆਪਣੇ ਹਸਪਤਾਲ 'ਚ ਬੁਲਾ ਲੈਂਦੇ ਨੇ ਔਰ ਕਹਿੰਦੇ ਨੇ ਕਿ ਤੁਹਾਡਾ ਜਿਹੜੀ ਬੇਟੀ ਦਾ ਕੇਸ ਹੈ ਨਾਰਮਲ ਨਹੀਂ ਹੋਊਗਾ, ਹੁਣ ਨਾਰਮਲ ਨਹੀਂ ਹੋਊਗਾ, ਵੱਡਾ ਕੇਸ ਹੋਊਗਾ। ਹੁਣ ਤੁਹਾਡਾ ਜਿਹੜਾ ਖਰਚਾ ਉਹ 35 ਤੋਂ 40,000 ਰੁਪਇਆ ਹੋਏਗਾ। ਕਿ ਜੱਚਾ ਬੱਚਾ ਨੂੰ ਸਹੀ ਸਲਾਮਤੀ ਲਈ ਉਹਨੂੰ 35 ਤੋਂ 40,000 ਰੁਪਇਆ ਦੇਣ ਲਈ ਹਾਂ ਕਰਤੀ ਵੀ ਮੇਰੇ ਜੱਚਾ ਤੇ ਬੱਚਾ, ਮੇਰੀ ਬੇਟੀ ਤੇ ਉਹ ਬੱਚੇ ਨੂੰ ਕੁਝ ਨਾ ਹੋਵੇ। ਸੋ ਜਦੋਂ ਆਪਰੇਸ਼ਨ ਕਰਤਾ ਤਾਂ ਉਹਨਾਂ ਦੇ ਬੇਟੀ ਪੈਦਾ ਹੋਈ ਔਰ ਮੈਂ ਡਾਕਟਰ ਸਾਹਿਬ ਦੀਆਂ ਮਿੰਨਤਾਂ ਤਰਲੇ ਕਰਕੇ, ਜਿੱਥੇ ਉਹ 35 ਤੋਂ 40 ਮੰਗਦਾ ਸੀ, ਮੈਂ ਉਹਨੂੰ 30,000 ਰੁਪਇਆ ਦੇ ਕੇ ਆਪਣਾ ਖਹਿੜਾ ਛਡਾਇਆ। ਇਸ ਕਰਕੇ ਇਸ ਡਾਕਟਰ ਨੇ ਮੇਰੇ ਨਾਲ ਬੜੀ ਨਜਾਇਜ਼ ਕੀਤੀ। ਜੱਚਾ ਤੇ ਬੱਚਾ ਇੱਕ ਮੌਤ ਨਾਲ ਲੜ ਰਹੇ ਸੀ, ਉਹ ਕਹਿਣ ਲੱਗਿਆ ਇੱਥੋਂ ਲੈ ਜਾਓ ਜੇ 35 ਤੋਂ 40,000 ਰੁਪਇਆ ਨਹੀਂ ਦਿੰਦੇ। ਇਹ ਮੇਰਾ ਕੇਸ ਸੀ। ਅੱਜ ਚੰਡੀਗੜ੍ਹ ਤੋਂ ਟੀਮ ਆਈ ਹੈ ਔਰ ਅਸੀਂ ਉਹਨਾਂ ਨੂੰ ਆਪਣੇ ਬਿਆਨ ਦਿੱਤੇ ਨੇ। ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿੱਤਾ ਹੈ ਵੀ ਇਹਨਾਂ ਤੇ ਪੂਰੀ ਕਾਰਵਾਈ ਹੋਵੇਗੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਦੋਨੇ ਪਤੀ ਪਤਨੀ ਤੇ ਜਾਂਚ ਕਰਕੇ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ, ਜਿੱਥੇ ਕਿ ਇੱਕ ਪਾਸੇ ਤਾਂ ਇਹ ਸਰਕਾਰ ਤੋਂ ਤਨਖਾਹਾਂ ਲੈਂਦੇ ਨੇ, ਦੂਜੇ ਪਾਸੇ ਪ੍ਰਾਈਵੇਟ ਹਸਪਤਾਲ ਖੋਲ੍ਹ ਕੇ ਲੋਕਾਂ ਦੇ ਗਲ ਵੱਢਦੇ ਨੇ ਔਰ ਗਰੀਬਾਂ ਨੂੰ ਤੰਗ ਕਰਦੇ ਨੇ। ਇਹਨਾਂ ਤੇ ਪੂਰਨ ਤੌਰ ਤੇ ਕਾਰਵਾਈ ਕਰਕੇ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ। ਮਾਮਲੇ ਦੀ ਜਾਂਚ ਲਈ ਚੰਡੀਗੜ੍ਹ ਤੋਂ ਜਾਂਚ ਅਧਿਕਾਰੀ ਮਲੇਰਕੋਟਲਾ ਹਸਪਤਾਲ ਪਹੁੰਚੇ। SMO ਮੁਤਾਬਕ ਜੇਕਰ ਜਾਂਚ ਦੌਰਾਨ ਕੋਈ ਆਰੋਪੀ ਪਾਇਆ ਜਾਂਦਾ ਹੈ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਏਗੀ। ਉੱਥੇ ਹੀ ਚੰਡੀਗੜ੍ਹ ਤੋਂ ਆਏ ਜਾਂਚ ਅਧਿਕਾਰੀ ਡਾਕਟਰ ਬੋਬੀ ਗੁਲਾਟੀ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਡਾਕਟਰ ਦੇ ਅਗੇਂਸਟ ਇਨਕੁਆਇਰੀ ਮੰਗ ਕੀਤੀ ਗਈ ਸੀ, ਜਿਸ ਦੀ ਜਾਂਚ ਲਈ ਉਹ ਪਹੁੰਚੇ ਹਨ। ਮਾਮਲੇ ਦੀ ਇਨਕੁਆਇਰੀ ਮਗਰੋਂ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਏਗੀ। ਸਰਦਾਰ ਦਲਜੀਤ ਸਿੰਘ ਨੇ ਕੰਪਲੇਂਟ ਕੀਤੀ ਹੋਈ ਹੈ ਵੀ ਡਾਕਟਰ ਆਦਰਸ਼ ਗੋਇਲ ਦੀ ਕੋਈ ਕੰਪਲੇਂਟ ਹੈ। ਅਜੇ ਉਹ ਸਾਡੇ ਕੋਲ ਜੋ ਪਹੁੰਚੀ ਹੈ ਜਿੰਨੇ ਕੁ ਉਹਦੇ 'ਚ ਇਹੀ ਲਿਖਿਆ ਹੋਇਆ ਵੀ ਕੰਪਲੇਂਟ ਹੈਗੀ ਹੈ। ਡਾਕਟਰ ਬੋਬੀ ਗੁਲਾਟੀ ਉਹਨਾਂ ਦੇ ਇਨਕੁਆਇਰੀ ਅਫਸਰ ਲਾਏ ਹੋਏ ਨੇ ਚੰਡੀਗੜ੍ਹ ਤੋਂ, ਉਹ ਅੱਜ ਇਨਕੁਆਇਰੀ ਕਰਨ ਲਈ ਇੱਥੇ ਪਹੁੰਚੇ ਹੋਏ ਨੇ। ਸਾਡੇ ਆਫਿਸ ਦੇ ਵਿੱਚ ਇਨਕੁਆਇਰੀ ਚੱਲ ਰਹੀ ਹੈ, ਕਾਰਵਾਈ ਹੋਏਗੀ ਉਹਦੇ 'ਤੇ। ਅਗਰ ਉਹ ਪ੍ਰੂਵ ਹੋ ਜਾਂਦਾ ਵੀ ਉਹ ਪ੍ਰਾਈਵੇਟ ਪ੍ਰੈਕਟਿਸ ਕਰਦਾ ਸਰਕਾਰੀ ਨੌਕਰੀ ਦੇ ਨਾਲ, ਫਿਰ ਸਖਤ ਸੇਵਾਵਾਂ ਦੇ ਭਾਗੀਦਾਰ ਬਣੇਗਾ। ਹਸਪੀਟਲ ਦੇ ਕੋਈ ਕਿਸੇ ਡਾਕਟਰ ਦੇ ਅਗੇਂਸਟ ਇੱਕ ਇਨਕੁਆਇਰੀ ਮਾਰਕ ਕੀਤੀ ਗਈ ਹੈ ਅਤੇ ਮੈਂ ਉਹ ਇਨਕੁਆਇਰੀ ਕੰਡਕਟ ਕਰਨ ਵਾਸਤੇ ਆਇਆ। ਅਤੇ ਅੱਜ ਇੱਕ ਪ੍ਰੀਲਿਮਿਨਰੀ ਸਿੰਪਲ ਡਾਕਟਰਸ ਦੇ ਅਸੀਂ ਬਿਆਨ ਜਿਹੜੇ ਲਿੱਤੇ ਹੈ, ਅਤੇ ਕਿਉਂਕਿ ਕਈਆਂ ਨੂੰ ਤਾਂ ਹਜੇ ਪੂਰਾ ਉਸ ਬਾਰੇ ਦੱਸਿਆ ਵੀ ਨਹੀਂ ਗਿਆ ਸੀਗਾ, ਅਤੇ ਸਿਰਫ ਸਿੰਪਲ ਅਸੀਂ ਬਿਆਨ ਉਹਨਾਂ ਦੇ ਕਲੈਕਟ ਕੀਤੇ ਹੈ। ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਸਾਰੇ ਬਿਆਨ ਦੇਣਗੇ, ਇਨਕੁਆਇਰੀ ਅੱਗੇ ਚੱਲੇਗੀ, ਉਸ ਤੋਂ ਬਾਅਦ ਕਿਸੇ ਕਨਕਲੂਜਨ 'ਤੇ ਪਹੁੰਚਾਂਗੇ। ਉਸ ਬਾਰੇ ਅਸੀਂ ਤਾਂ ਹੀ ਤੁਹਾਨੂੰ ਪੂਰੀ ਤਰ੍ਹਾਂ ਦੱਸ ਸਕਾਂਗੇ। ਮਾਮਲਾ ਆਪਸ 'ਚ ਕੋਈ 2 ਡਾਕਟਰਸ ਦੀ ਕੁਛ ਮਿਸਅੰਡਰਸਟੈਂਡਿੰਗ ਦਾ ਹੀ ਮਾਮਲਾ ਹੈਗਾ।
ਔਰ ਉਹਨੂੰ ਅਸੀਂ ਇਲੈਬੋਰੇਟ ਪੂਰੀ ਇਨਕੁਆਇਰੀ ਹੋਣ ਦੇ ਬਾਅਦ ਹੀ ਕਰ ਸਕਾਂਗੇ। ਸੁਣੀ ਹੈ, ਉਹਨਾਂ ਦੇ ਬਿਆਨ ਲਿੱਤੇ ਹੈ, ਉਹਨਾਂ ਨੇ ਜੋ ਪ੍ਰੂਫਸ ਨਾਲ ਲਗਾਣੇ ਚਾਹੇ ਸਾਰੇ ਪ੍ਰੂਫਸ ਨਾਲ ਲਗਾਏ ਹੈ ਤੇ ਉਹਨਾਂ ਦੀ ਕਿਉਂਕਿ ਕੰਪਲੇਂਟ ਦੀ ਜਿਹੜੀ ਕਾਪੀ ਹੈ ਉਹ ਮੈਂ ਜਿਹੜੇ ਡਾਕਟਰ ਦੇ ਅਗੇਂਸਟ ਕੰਪਲੇਂਟ ਹੋਈ ਹੈ ਉਹਨਾਂ ਨੂੰ ਦਿੱਤੀ ਹੈ ਤਾਂ ਕਿ ਉਹ ਵੀ ਆਪਣਾ ਜਵਾਬ ਜਿਹੜਾ ਹੈ ਮੈਨੂੰ ਜਲਦੀ ਤੋਂ ਜਲਦੀ ਦੇ ਸਕਣ। ਕੀ ਸਰ ਹਸਪੀਟਲ ਦਾ ਤੁਸੀਂ ਦੌਰਾ ਕਰਦੇ ਹੁੰਦਾ ਜੀ ਨਿੱਜੀ ਹਸਪਤਾਲ ਦਾ? ਜ਼ਰੂਰ, ਪਰ ਮੈਂ ਬਿਨਾਂ ਉਹ ਜਦੋਂ ਵੀ ਮੈਂ ਕਰਨਾ ਚਾਹਾਂਗਾ ਜਿਸ ਹਸਪੀਟਲ ਦਾ ਵੀ ਉਹਨਾਂ ਨੇ ਨਾਮ ਕਿਹਾ ਪਹਿਲੇ ਮੈਂ ਪੂਰੀ ਤਰ੍ਹਾਂ ਜੋ ਵੀ ਕੰਪਲੇਂਟਸ ਹੈ ਇਹਨਾਂ ਨੂੰ ਘੋਖ ਕੇ ਪੜਤਾਲ ਕਰਕੇ ਉੱਥੇ ਅਸੀਂ ਜ਼ਰੂਰ ਪਲਾਨ ਕਰਕੇ ਸਰਪ੍ਰਾਈਜ਼ ਵਿਜ਼ਿਟ ਕਰਾਂਗੇ। ਦੂਜੇ ਪਾਸੇ ਸੰਬੰਧਿਤ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲੇ ਸ਼ਿਕਾਇਤ ਦੀ ਕਾਪੀ ਮਿਲੀ ਹੈ। ਪੜ੍ਹਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਸੰਬੰਧ 'ਚ ਸ਼ਿਕਾਇਤ ਕੀਤੀ ਗਈ ਹੈ। ਐਕਚੁਅਲੀ ਸਾਨੂੰ ਵੀ ਇਹ ਮਾਮਲੇ ਦਾ ਪਤਾ ਨਹੀਂ, ਕਿਉਂਕਿ ਸਾਨੂੰ ਕੋਈ ਕੰਪਲੇਂਟ ਬਾਰੇ ਪਤਾ ਨਹੀਂ ਸੀਗਾ ਵੀ ਕੰਪਲੇਂਟ ਕੀ ਸਾਡੀ ਹੋਈ ਹੈ ਕੀ ਨਹੀਂ ਹੋਈ। ਅੱਜ ਸਾਨੂੰ ਮਤਲਬ ਇਹ ਬੁਲਾਇਆ ਸੀ ਇਨਕੁਆਇਰੀ ਵਿੱਚ। ਵੈਸੇ ਮੈਂ ਤਾਂ ਛੁੱਟੀ 'ਤੇ ਚੱਲ ਰਿਹਾ ਹੈਗਾ, ਸੰਡੇ ਛੁੱਟੀ 'ਤੇ ਸਾਨੂੰ ਅਰਜੈਂਟ ਬੁਲਾਇਆ ਸੀਗਾ ਤੇ ਮੈਂ ਇੱਥੇ ਅਸੀਂ ਆਏ ਇਨਕੁਆਇਰੀ 'ਤੇ। ਸਾਨੂੰ ਮਤਲਬ ਅਜੇ ਅੱਜ ਅਸੀਂ ਕੰਪਲੇਂਟ ਦੀ ਕਾਪੀ ਲਿੱਤੀ ਹੈਗੀ ਬੇਸਿਕਲੀ, ਤੇ ਸਾਨੂੰ ਕੰਪਲੇਂਟ ਦੀ ਕਾਪੀ ਅਸੀਂ ਪੜ੍ਹਾਂਗੇ, ਸਾਨੂੰ ਪਤਾ ਲੱਗੇਗਾ ਐਗਜ਼ੈਕਟਲੀ ਹੈ ਕੀ। ਪਰ ਸੁਣਨ 'ਚ ਆਇਆ ਵੀ ਕੋਈ ਡਾਕਟਰ ਚਮਨਜੋਤ ਨੇ ਸਾਡੇ ਅਗੇਂਸਟ ਕੋਈ ਕੰਪਲੇਂਟ ਕੀਤੀ ਹੈਗੀ ਹੈ। ਫਿਲਹਾਲ ਮਾਮਲੇ ਤੇ ਜਾਂਚ ਟੀਮ ਵੱਲੋਂ ਇਨਕੁਆਇਰੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਜਾਂਚ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਜਗਬਾਣੀ ਟੀਵੀ ਚੰਡੀਗੜ੍ਹ ਲਈ ਰਵੀ ਖਾਨ ਦੀ ਰਿਪੋਰਟ।